ਹੈਲੋ एवरीवन। ਅੱਜ ਅਸੀਂ ਗੱਲ ਕਰਾਂਗੇ ਕਿ ਅੰਗਰੇਜ਼ੀ ਭਾਸ਼ਾ ਸਾਡੇ ਲਈ ਇੱਕ ਮੁਸ਼ਕਲ ਭਾਸ਼ਾ ਕਿਉਂ ਹੈ। ਵਾਈ ਡੂ ਵੀ ਫਾਈਂਡ ਇੰਗਲਿਸ਼ ਲੈਂਗੁਏਜ ਐਜ਼ ਅ ਡਿਫਿਕਲਟ ਲੈਂਗੁਏਜ ਫॉर ਅਸ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੇਰੇ ਕੋਲੇ ਅਧਿਆਪਨ ਦਾ 10 ਸਾਲ ਦਾ ਤਜਰਬਾ ਹੈ। ਮੈਂ ਇੰਗਲਿਸ਼ ਪੜ੍ਹਾਉਂਦਾ ਹਾਂ। ਆਪਣੇ ਤਜਰਬੇ ਦੇ ਮੁਤਾਬਕ ਮੈਂ ਤੁਹਾਡੇ ਸਾਹਮਣੇ ਇਹ ਵੀਡੀਓ ਲੈ ਕੇ ਆਇਆ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀਡੀਓਜ਼ ਆਉਣਗੀਆਂ ਜਿਹਦੇ ਵਿੱਚ ਮੈਂ ਤੁਹਾਡੇ ਲਈ ਇੰਗਲਿਸ਼ ਭਾਸ਼ਾ ਨੂੰ ਸੌਖੇ ਢੰਗ ਨਾਲ ਸਮਝਾਉਣ ਦੀ, ਲਿਖਣ ਦੀ, ਪੜ੍ਹਨ ਦੀ ਤੇ ਬੋਲਣ ਦੀ ਕਲਾ ਬਾਰੇ ਤੇ ਬੋਲਣ ਦੀ ਨੌਲੇਜ ਬਾਰੇ ਮੈਂ ਤੁਹਾਨੂੰ ਦਵਾਂਗਾ। ਅੱਜ ਅਸੀਂ ਗੱਲ ਕਰਾਂਗੇ ਕਿ ਇੰਗਲਿਸ਼ ਲੈਂਗੁਏਜ ਸਾਡੇ ਲਈ ਔਖੀ ਕਿਉਂ ਹੈ। ਸਭ ਤੋਂ ਪਹਿਲੀ ਗੱਲ, ਇੰਗਲਿਸ਼ ਇੱਕ ਫੋਰਨ ਲੈਂਗੁਏਜ ਹੈ। ਅਸੀਂ ਏਸ਼ੀਆ ਦੇ ਕੰਟੀਨੈਂਟ ਦੇ ਵਿੱਚ ਰਹਿੰਦੇ ਹਾਂ। ਅਸੀਂ ਭਾਰਤ ਦੇ ਵਾਸੀ ਹਾਂ। ਅਸੀਂ ਪੰਜਾਬੀ ਹਾਂ ਤੇ ਸਾਡੀ ਭਾਸ਼ਾ ਇੰਗਲਿਸ਼ ਭਾਸ਼ਾ ਨਾਲੋਂ ਬਿਲਕੁਲ ਵੱਖ ਹੈ। ਅਸੀਂ ਆਪਣੇ ਸੁਪਨੇ, ਅਸੀਂ ਆਪਣੀ ਬੋਲੀ, ਆਪਣੀ ਮਦਰ ਟੰਗ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤੇ ਇੰਗਲਿਸ਼ ਇੱਕ ਫੋਰਨ ਲੈਂਗੁਏਜ ਹੈ। ਇਹ ਸਾਡੀ ਮਾਤਰ ਭਾਸ਼ਾ ਨਹੀਂ ਹੈ। ਇਸ ਕਰਕੇ ਸਾਨੂੰ ਦਿੱਕਤ ਆਉਂਦੀ ਹੈ। ਸਭ ਤੋਂ ਪਹਿਲੀ ਤਾਂ ਇਹੀ ਗੱਲ ਰਹੀ ਕਿ ਫੋਰਨ ਲੈਂਗੁਏਜ ਹੈ, ਤਾਂ ਫੋਰਨ ਲੈਂਗੁਏਜ ਦੇ ਵਿੱਚ ਜਿਹੜਾ ਇੰਗਲਿਸ਼ ਭਾਸ਼ਾ ਦਾ ਵਾਕ ਬਣ ਰਿਹਾ ਹੈ, ਉਹਦੀ ਵਾਕ ਬਣਤਰ ਹੈ, ਉਹ ਸਾਡੀ ਪੰਜਾਬੀ ਭਾਸ਼ਾ ਤੇ ਹਿੰਦੀ ਭਾਸ਼ਾ ਨਾਲੋਂ ਉਹਦੀ ਵਾਕ ਬਣਤਰ, ਉਹਦਾ ਸੈਂਟੈਂਸ ਪੈਟਰਨ ਡਿਫਰੈਂਟ ਹੈ। ਆਪਾਂ ਇਸੇ ਦੀ ਗੱਲ ਕਰਾਂਗੇ ਕਿ ਸੈਂਟੈਂਸ ਪੈਟਰਨ ਡਿਫਰੈਂਟ ਹੈ ਕਿਉਂਕਿ ਸਾਡੀ ਮਾਂ ਬੋਲੀ ਦੇ ਵਿੱਚ ਜੋ ਅਸੀਂ ਚੀਜ਼ਾਂ ਲਿਖਦੇ ਹਾਂ ਉਹ ਅਸੀਂ ਲਿਖਦੇ ਹਾਂ SOV ਦੇ ਨਾਲ। SOV ਦਾ ਮਤਲਬ ਹੈ ਕਿ ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ। ਮੈਂ ਇੱਕ ਸਬਜੈਕਟ ਹਾਂ, ਕਰਤਾ ਹੈ। ਕਿਤਾਬ ਇੱਕ ਆਬਜੈਕਟ ਹੈ ਤੇ ਪੜ੍ਹਦਾ ਹਾਂ ਇੱਕ ਵਰਬ ਹੈ। ਪੰਜਾਬੀ ਦੇ ਮੁਤਾਬਕ ਸਬਜੈਕਟ ਨੂੰ ਕਰਤਾ ਕਹਿੰਦੇ ਹਨ ਤੇ ਕਰਮ ਕਹਿੰਦੇ ਹਨ ਆਬਜੈਕਟ ਨੂੰ ਤੇ ਵਰਬ ਨੂੰ ਕਿਰਿਆ ਕਹਿੰਦੇ ਹਨ। इसी तरह नाल हिंदी भाषा ਦੇ ਵਿੱਚ जब हम हिंदी भाषा बोलते हैं तो वो भी कहीं ना कहीं पंजाबी के साथ मिलती जुलती है क्योंकि इसमें भी सबसे पहले सब्जेक्ट आता है, फिर ऑब्जेक्ट आता है और फिर वैसे ही वर्ब आती है। तो इसीलिए इट साउंड्स क्वाइट सिमिलर जब आप कहते हो कि भाई मैं किताब पढ़ता हूँ तो पंजाबी च कहते हो मैं किताब पढ़ता हाँ। ਇੱਕੋ ਜਿਹਾ ਸੁਣਨ ਦੇ ਵਿੱਚ ਲੱਗਦਾ ਹੈ ਜਿਵੇਂ ਦੋਨੋਂ ਭਾਸ਼ਾਵਾਂ ਬਹੁਤ ਹੀ ਕਰੀਬੀ ਭਾਸ਼ਾਵਾਂ ਹੋਣ। ਪਰ ਇੰਗਲਿਸ਼ ਜਦੋਂ ਤੁਸੀਂ ਬੋਲਦੇ ਹੋ ਤਾਂ ਸਾਡੇ ਕੋਲੇ ਦੂਸਰੇ ਸ਼ਬਦ ਆ ਗਏ। ਸਾਨੂੰ ਹਰੇਕ ਸ਼ਬਦ ਨੂੰ ਅਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਦੇ ਹਾਂ, ਉਹਦਾ ਤਰਜਮਾ ਕਰਦੇ ਹਾਂ। ਆਪਾਂ ਯਾਦ ਵੀ ਕਰਨਾ ਪੈਂਦਾ ਹੈ ਸਾਨੂੰ ਕਿ ਮੈਂ ਨੂੰ ਆਏ ਕਹਿੰਦੇ ਆ, ਕਿਤਾਬ ਨੂੰ ਬੁੱਕ ਕਹਿੰਦੇ ਆ ਤੇ ਪੜ੍ਹਦਾ ਹਾਂ ਨੂੰ ਰੀਡ ਕਹਿੰਦੇ ਆ। ਤਾਂ ਜਦੋਂ ਤੁਸੀਂ ਦੇਖੋਗੇ ਕਿ ਸਭ ਤੋਂ ਪਹਿਲਾਂ ਜਿਹੜਾ ਆਇਆ ਉਹ ਸਬਜੈਕਟ ਆਇਆ। ਕੋਈ ਵੀ ਭਾਸ਼ਾ ਹੋਵੇ, ਸਭ ਤੋਂ ਪਹਿਲਾਂ ਹਰੇਕ ਭਾਸ਼ਾ ਦਾ ਜਿਹੜਾ ਸੈਂਟੈਂਸ ਦੀ ਸ਼ੁਰੂਆਤ ਹੁੰਦੀ ਹੈ ਉਹ ਕਰਤਾ ਦੇ ਨਾਲ, ਸਬਜੈਕਟ ਨਾਲ ਹੀ ਹੁੰਦੀ ਹੈ। ਕੋਈ ਵੀ ਦੁਨੀਆ ਦੀ ਭਾਸ਼ਾ ਹੋਵੇ ਉਹ ਸਬਜੈਕਟ ਨਾਲ ਹੀ ਸ਼ੁਰੂ ਹੋਊਗੀ। ਇਸ ਕਰਕੇ ਇੰਗਲਿਸ਼ ਭਾਸ਼ਾ ਦੇ ਵਿੱਚ ਵੀ ਜਿਵੇਂ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਵਿੱਚ ਸਬਜੈਕਟ ਸਭ ਤੋਂ ਪਹਿਲਾਂ ਆਇਆ ਹੈ, ਉਸੇ ਤਰ੍ਹਾਂ ਨਾਲ ਇੰਗਲਿਸ਼ ਦੇ ਵਿੱਚ ਵੀ ਸਬਜੈਕਟ ਸਭ ਤੋਂ ਪਹਿਲਾਂ ਆਇਆ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰੀਏ ਰੀਡ ਦੀ। ਜੇ ਤੁਸੀਂ ਰੀਡ ਕੀ ਹੈ, ਦਿਸ ਇਜ਼ ਅ ਵਰਬ, ਇੱਕ ਕਿਰਿਆ ਹੈ। ਤਾਂ ਕਿਰਿਆ ਦੂਜੇ ਨੰਬਰ ਤੇ ਆ ਰਹੀ ਹੈ ਤੇ ਆ ਬੁੱਕ ਜੋ ਕਿ ਇੱਕ ਆਬਜੈਕਟ ਹੈ ਉਹ ਤੀਜੇ ਨੰਬਰ ਤੇ ਆ ਰਿਹਾ ਹੈ। ਤਾਂ ਤੁਸੀਂ ਦੇਖੋ ਕਿ ਜਿੱਥੇ ਸਬਜੈਕਟ ਤਿੰਨੇ ਭਾਸ਼ਾਵਾਂ ਦੇ ਵਿੱਚ ਸਭ ਤੋਂ ਮੂਹਰੇ ਆ ਰਿਹਾ ਹੈ, ਉੱਥੇ ਜਿਹੜਾ ਦੂਜੇ ਨੰਬਰ ਤੇ ਜਿਹੜੀ ਚੀਜ਼ ਆਉਂਦੀ ਸੀਗੀ ਹਿੰਦੀ ਤੇ ਪੰਜਾਬੀ ਭਾਸ਼ਾ ਦੇ ਵਿੱਚ ਜੋ ਕਿ ਆਬਜੈਕਟ ਸੀ, ਉਹ ਇੰਗਲਿਸ਼ ਭਾਸ਼ਾ ਦੇ ਵਿੱਚ ਐਵੇਂ ਨਹੀਂ ਆ ਰਿਹਾ। ਇੰਗਲਿਸ਼ ਭਾਸ਼ਾ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਰੀਡ ਆ ਰਿਹਾ ਹੈ, ਵਰਬ ਆ ਰਿਹਾ ਹੈ ਤੇ ਤੀਜੇ ਨੰਬਰ ਦੇ ਉੱਤੇ ਆਬਜੈਕਟ ਆ ਰਿਹਾ ਹੈ। ਤਾਂ ਇੱਥੇ ਅਸੀਂ ਦੇਖ ਪਾ ਰਹੇ ਹਾਂ ਕਿ ਇਹਦਾ ਜਿਹੜੀ ਵਾਕ ਦੀ ਬਣਤਰ ਹੈ ਉਹ ਵੱਖਰੀ ਹੈ। ਸਬਜੈਕਟ ਪਹਿਲਾਂ ਆਉਂਦਾ ਏ, ਫਿਰ ਵਰਬ ਆਉਂਦੀ ਹੈ, ਫਿਰ ਆਬਜੈਕਟ ਆਉਂਦਾ ਏ। ਤਾਂ ਇੰਗਲਿਸ਼ ਭਾਸ਼ਾ ਜੋ ਹੈ ਉਹ SVO ਦੇ ਸੈਂਟੈਂਸ ਪੈਟਰਨ ਦੇ ਨਾਲ ਬਣਦੀ ਹੈ। ਹੁਣ ਜਦੋਂ ਵੀ ਪੜ੍ਹਾਉਣ ਦੇ ਦੌਰਾਨ ਮੈਂ ਦੇਖਿਆ ਕਿ ਜਦੋਂ ਸ਼ੁਰੂਆਤ ਦੇ ਵਿੱਚ ਜਦੋਂ ਬੱਚੇ ਸਿੱਖ ਰਹੇ ਹੁੰਦੇ ਨੇ ਤਾਂ ਉਹ ਆਪਣੇ ਮਨ ਦੇ ਵਿੱਚ ਜਦੋਂ ਟਰਾਂਸਲੇਟ ਕਰਕੇ ਕੋਈ ਚੀਜ਼ ਲਿਖਦੇ ਨੇ ਤਾਂ ਉਹ ਕੀ
ਆਪਣੇ ਸੈਂਟੈਂਸ ਪੈਟਰਨ ਦੇ ਵਿੱਚ ਗੜਬੜ ਪੈਦਾ ਕਰ ਦਿੰਦੇ ਨੇ। ਕਿਉਂ? ਕਿਉਂਕਿ ਉਹਨਾਂ ਦੀ ਆਪਣੀ ਭਾਸ਼ਾ, ਸਾਡੀ ਆਪਣੀ ਭਾਸ਼ਾ ਪੰਜਾਬੀ ਹੈ। ਅਸੀਂ ਸਬਜੈਕਟ, ਆਬਜੈਕਟ ਤੇ ਵਰਬ ਦੇ ਮੁਤਾਬਕ ਚੱਲਦੇ ਹਾਂ, ਜਦੋਂ ਅਸੀਂ ਟਰਾਂਸਲੇਟ ਕਰਨਾ ਹੈ, ਜਦੋਂ ਅਸੀਂ ਇੰਗਲਿਸ਼ ਨੂੰ ਲਿਖਣਾ ਹੈ ਜਾਂ ਬੋਲਣਾ ਹੈ, ਉਦੋਂ ਇੱਕ ਵੱਖਰਾ ਸੈਂਟੈਂਸ ਪੈਟਰਨ ਅਸੀਂ ਫੋਲੋ ਕਰਾਂਗੇ, ਜੋ ਕਿ ਹੈ ਸਬਜੈਕਟ, ਵਰਬ ਤੇ ਆਬਜੈਕਟ। ਤਾਂ ਇਹ ਦੂਜਾ ਰੀਜ਼ਨ ਹੈ, ਸਭ ਤੋਂ ਵੱਡਾ ਰੀਜ਼ਨ ਹੈ ਕਿ ਇਹ ਭਾਸ਼ਾ ਸਾਡੇ ਲਈ ਔਖੀ ਕਿਉਂ ਹੈ। ਫਿਰ ਵੀ ਅਸੀਂ ਪ੍ਰੈਕਟਿਸ ਕਰ ਕਰਕੇ ਆਪਣੇ ਮਾਈਂਡ ਦੇ ਵਿੱਚ ਇੱਕ ਮਸ਼ੀਨਰੀ ਪੈਦਾ ਕਰ ਲੈਂਦੇ ਹਾਂ, ਜਿਹਦੇ ਨਾਲ ਅਸੀਂ ਆਟੋਮੈਟਿਕਲੀ ਜਿਹੜੇ ਵੀ ਸਾਡੇ ਮਨ ਦੇ ਵਿੱਚ ਖਿਆਲ ਆਪਣੀ ਮਦਰ ਟੰਗ ਦੇ ਵਿੱਚ ਆਉਂਦੇ ਨੇ, ਉਸ ਨੂੰ ਅਸੀਂ ਟਰਾਂਸਲੇਟ ਕਰਕੇ ਸਾਹਮਣੇ ਵਾਲੇ ਨੂੰ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ। ਮੇਰੀ ਭਾਸ਼ਾ ਵੀ, ਮੈਂ ਵੀ ਇੱਕ ਪੰਜਾਬੀ ਪਰਿਵਾਰ ਤੋਂ ਹਾਂ, ਤੇ ਮੈਂ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਨੂੰ ਵੀ ਬਹੁਤ ਵਧੀਆ ਢੰਗ ਨਾਲ ਬੋਲ ਲੈਂਦਾ ਹਾਂ। ਕਿਉਂਕਿ ਮੈਂ ਸ਼ਬਦਾਂ ਨੂੰ ਇੰਗਲਿਸ਼ ਦੇ ਵਿੱਚ ਜਾਣਿਆ ਤੇ ਬਾਰ-ਬਾਰ ਬੋਲਣ ਦੀ ਤੇ ਲਿਖਣ ਦੀ ਇਹਦੇ ਤੇ ਮਿਹਨਤ ਕੀਤੀ, ਪ੍ਰੈਕਟਿਸ ਕੀਤੀ, ਅਭਿਆਸ ਕੀਤਾ। then now I can say that I can speak very well because I have created such machinery in my mind that translates automatically in no time my mother tongue into the foreign language that I have to speak, that is English language। ਤੀਜਾ ਜਿਹੜਾ ਕਾਰਨ ਹੈ ਅਸੀਂ ਇੰਗਲਿਸ਼ ਭਾਸ਼ਾ ਨੂੰ ਸਾਨੂੰ ਔਖੀ ਕਿਉਂ ਲੱਗਦੀ ਹੈ, ਉਹਦਾ ਕਾਰਨ ਇਹ ਹੈ ਕਿ we do not speak English daily। ਹਰੇਕ ਕੋਈ ਕਹਿੰਦਾ ਹੁੰਦਾ ਏ ਕਿ ਮੈਂ ਲਿਖ ਤਾਂ ਲੈਣਾ, ਪਰ ਮੇਰੇ ਤੋਂ ਬੋਲਿਆ ਨਹੀਂ ਜਾਂਦਾ, ਮੈਂ ਇੰਗਲਿਸ਼ ਬੋਲ ਨਹੀਂ ਪਾਉਂਦਾ। ਉਹ ਬੋਲਣੀ ਤਾਂ ਬੋਲ ਕੇ ਹੀ ਆਊਗੀ। ਅਲੈਗਜ਼ੈਂਡਰ ਪੋਪ ਕਹਿੰਦਾ ਹੁੰਦਾ ਹੈ, ਇੱਕ ਮਹਾਨ ਰਾਈਟਰ ਹੈ 18ਵੀਂ ਸਦੀ ਦਾ, he says ਕਿ if you want to be a writer, just write। ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤਾਂ ਲਿਖੋ। ਇਸੇ ਤਰ੍ਹਾਂ ਨਾਲ ਜੇ ਅਸੀਂ ਬੋਲਣਾ ਚਾਹੁੰਦੇ ਹਾਂ ਇੰਗਲਿਸ਼ ਦੇ ਵਿੱਚ ਤਾਂ ਬੋਲੀ ਚਲੋ, ਰੋਜ਼ ਦਾ ਅਭਿਆਸ ਕਰੋ। ਉਦੋਂ ਤੱਕ ਅਭਿਆਸ ਕਰੋ ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਇੰਗਲਿਸ਼ ਲੈਂਗੁਏਜ ਦੀ ਮਸ਼ੀਨਰੀ ਨਾ ਬਣ ਜਾਵੇ, ਤੁਹਾਡੇ ਬ੍ਰੇਨ ਦੇ ਵਿੱਚ ਇੱਕ ਲੈਂਗੁਏਜ ਦੀ ਮਸ਼ੀਨ ਨਾ ਪੈਦਾ ਹੋ ਜਾਵੇ, ਜਿੱਚੋਂ ਹਰੇਕ ਜਿਹੜਾ ਵੀ ਕੁਝ ਮਨ ਦੇ ਵਿੱਚ ਤੁਹਾਡੀ ਮਾਂ ਬੋਲੀ 'ਚ ਆਉਂਦਾ ਹੈ, ਉਹ ਟਰਾਂਸਲੇਟ ਹੋ ਕੇ ਦੂਜੀ ਥਾਂ ਤੇ ਪਹੁੰਚੇ। ਤੇ ਇੱਕ ਗੱਲ ਤਾਂ ਬੜੀ ਹੀ ਕਲੀਅਰ ਹੈ, ਕੁਝ ਵੀ ਆਪਾਂ ਸੋਚਾਂਗੇ, ਕੁਝ ਵੀ ਸਾਡੇ ਅੰਦਰ ਕ੍ਰੀਏਟਿਵ ਥਾਟ ਆਊਗਾ, ਉਹ ਹਮੇਸ਼ਾ ਸਾਡੀ ਮਾਂ ਬੋਲੀ 'ਚ ਆਊਗਾ। ਜੇ ਅਸੀਂ ਕਹੀਏ ਕਿ ਮਾਂ ਬੋਲੀ ਨੂੰ ਇੱਕ ਪਾਸੇ ਰੱਖ ਕੇ ਤੁਸੀਂ ਇਸ ਭਾਸ਼ਾ ਨੂੰ ਸਿੱਖ ਪਾਓਗੇ, ਇਹ ਨਹੀਂ ਹੋ ਸਕਦਾ। ਤੁਹਾਨੂੰ ਆਪਣੀ ਮਦਰ ਟੰਗ ਨੂੰ ਨਾਲ ਲੈ ਕੇ ਹੀ ਇਸ ਨੂੰ ਚੱਲਣਾ ਪਊਗਾ। जेकर तुसी हिंदी बोलते हो, अगर आप हिंदी लैंग्वेज बोलते हो, अगर आपके घर में हिंदी भाषा में बोला जाता है, तो आपको हिंदी भाषा को ट्रांसलेट आप करोगे इंग्लिश में, तो जो भी आपकी ਜਿਹੜੀ ਵੀ ਤੁਹਾਡੀ ਭਾਸ਼ਾ ਮਾਂ ਬੋਲੀ ਹੈ, ਉਸ ਦੇ ਸਹਾਰੇ ਹੀ ਤੁਸੀਂ ਇੰਗਲਿਸ਼ ਲੈਂਗੁਏਜ ਨੂੰ ਅੱਛੇ ਢੰਗ ਨਾਲ ਬੋਲ ਪਾਓਗੇ, ਲਿਖ ਪਾਓਗੇ। ਤੇ ਤੁਹਾਡੇ ਜਿਹੜੇ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਜਿਹੜੇ ਵਿਚਾਰ ਹੁੰਦੇ ਨੇ, ਤੁਹਾਡੇ ਆਈਡੀਆਜ਼ ਹੁੰਦੇ ਨੇ, ਕ੍ਰੀਏਟਿਵ ਆਈਡੀਆਜ਼ ਹੁੰਦੇ ਨੇ, ਕੁਝ ਜਿਹਦੇ ਵਿੱਚ ਕ੍ਰੀਏਟਿਵਿਟੀ ਹੁੰਦੀ ਹੈ, ਕੁਝ ਰਚਨਾਤਮਕ ਕੁਝ ਵਾਪਰਨਾ ਹੁੰਦਾ ਹੈ, ਤੁਸੀਂ ਕੋਈ ਰਚਨਾ ਕ੍ਰੀਏਟ ਕਰਨੀ ਹੁੰਦੀ ਹੈ, ਸਭ ਤੋਂ ਪਹਿਲਾਂ ਉਹ ਥਾਟ ਤੁਹਾਡੀ ਮਾਂ ਬੋਲੀ ਦੇ ਵਿੱਚ ਹੀ ਆਊਗਾ। ਤਾਂ ਸਾਨੂੰ ਰੋਜ਼ ਬੋਲਣਾ ਪਊਗਾ, ਇਹ ਕਾਰਨ ਹੈ। ਤੇ ਨਾਲ ਦੀ ਨਾਲ ਫਿਰ ਅਸੀਂ ਇਹ ਵੀ ਕਹਿੰਦੇ ਹਾਂ ਵੀ ਸਾਨੂੰ ਇੰਗਲਿਸ਼ ਲੈਂਗੁਏਜ ਲਿਖਣੀ ਨਹੀਂ ਆਉਂਦੀ, ਨਾ ਹੀ ਅਸੀਂ ਬੋਲਦੇ ਹਾਂ ਤੇ ਨਾ ਹੀ ਅਸੀਂ ਲਿਖਦੇ ਹਾਂ। ਸਾਨੂੰ ਲਿਖਣਾ ਵੀ ਪੈਣਾ ਹੈ, ਸਾਨੂੰ ਰੂਟੀਨ ਦੇ ਵਿੱਚ ਲਿਖਣਾ ਪਊਗਾ, ਲਿਖ ਕੇ ਅਭਿਆਸ ਕਰਨਾ ਪਊਗਾ। ਨਵੇਂ ਸ਼ਬਦ ਜਦੋਂ ਤੁਸੀਂ ਵਾਰ-ਵਾਰ ਲਿਖੋਗੇ, ਤੁਹਾਨੂੰ ਨਵੇਂ ਸ਼ਬਦਾਂ ਦੀ ਲੋੜ ਪਊਗੀ ਤੇ ਤੁਸੀਂ ਸ਼ਬਦਾਂ ਨੂੰ ਲੱਭੋਗੇ। ਤਾਂ ਜਿਵੇਂ ਕਿ ਪੰਜਾਬੀ ਦੇ ਵਿੱਚ ਕੋਈ ਵੀ ਵਿਚਾਰ ਆ ਰਿਹਾ ਹੈ, ਤੁਸੀਂ ਲਿਖਣ ਦੀ ਕੋਸ਼ਿਸ਼ ਕਰਦੇ ਹੋ। ਜਦੋਂ ਮੈਂ ਲਿਖਦਾ ਸੀਗਾ, ਜਦੋਂ ਮੈਂ ਇਸ ਭਾਸ਼ਾ ਦੇ ਉੱਤੇ ਕੰਮ ਕਰ ਰਿਹਾ ਸੀਗਾ, ਇਸ ਨੂੰ ਸਿੱਖ ਰਿਹਾ ਸੀਗਾ, ਤਾਂ ਮੇਰੇ ਮਨ 'ਚ ਪੰਜਾਬੀ ਦੇ ਵਿੱਚ ਸ਼ਬਦ ਤਾਂ ਆਉਂਦੇ ਸੀਗੇ ਕਿਉਂਕਿ ਮਦਰ ਟੰਗ ਹੈ ਪੰਜਾਬੀ। ਤਾਂ ਮੈਂ ਕੀ ਕੀਤਾ, ਪੰਜਾਬੀ ਟੂ ਇੰਗਲਿਸ਼ ਡਿਕਸ਼ਨਰੀ ਮੈਂ ਖਰੀਦੀ, ਕਾਫੀ ਵੱਡੀ ਭਾਰੀ ਡਿਕਸ਼ਨਰੀ ਸੀਗੀ, ਉਹ ਮੈਂ ਖਰੀਦੀ। ਤੇ ਜੋ ਵੀ ਕੁਝ ਮਨ ਦੇ ਵਿੱਚ ਕੋਈ ਸ਼ਬਦ ਆਉਂਦਾ ਤਾਂ ਪੰਜਾਬੀ ਦੇ ਵਿੱਚ ਉਸ ਸ਼ਬਦ ਦਾ ਇੰਗਲਿਸ਼ ਨੂੰ ਦੇ ਵਿੱਚ ਕੀ ਕਹਿੰਦੇ ਆ, ਉਹਨੂੰ ਆਪਾਂ ਟਰਾਂਸਲੇਟ ਕਰਦੇ। ਅੱਜ ਕੱਲ੍ਹ ਤਾਂ
ਗੂਗਲ ਟਰਾਂਸਲੇਟ ਦਾ ਜ਼ਮਾਨਾ ਹੈਗਾ, ਪਰ ਮੈਂ ਇਹ ਕਹਿਣਾ ਹੁੰਦਾ ਵੀ ਗੂਗਲ ਟਰਾਂਸਲੇਟ ਅਜੇ ਉਸ ਮੁਕਾਮ ਤੱਕ ਨਹੀਂ ਪਹੁੰਚਿਆ ਕਿ ਉਹ ਇੱਕ ਡਿਕਸ਼ਨਰੀ ਨੂੰ, ਵੱਡੀ ਡਿਕਸ਼ਨਰੀ ਨੂੰ ਰਿਪਲੇਸ ਕਰ ਸਕੇ। ਸਾਨੂੰ ਡਿਕਸ਼ਨਰੀ, ਪੰਜਾਬੀ ਟੂ ਇੰਗਲਿਸ਼ ਡਿਕਸ਼ਨਰੀ, ਹਿੰਦੀ ਟੂ ਇੰਗਲਿਸ਼ ਡਿਕਸ਼ਨਰੀ, ਉਹ ਵੀ ਬਾਜ਼ਾਰ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ। ਜਿਹੜੇ ਵੀਰ ਭਰਾ, ਭੈਣ ਭਰਾ ਆਪਣੀ ਹਿੰਦੀ ਲੈਂਗੁਏਜ ਇਹਨਾਂ ਦੀ ਮਦਰ ਟੰਗ ਹੈ, ਤਾਂ ਉਹ ਹਿੰਦੀ ਟੂ ਇੰਗਲਿਸ਼ ਡਿਕਸ਼ਨਰੀ ਉਹ ਖਰੀਦ ਕੇ ਲੈ ਕੇ ਆਉਣ, ਤੇ ਜੋ ਵੀ ਕੁਝ ਤੁਸੀਂ ਲਿਖਣਾ ਚਾਹੁੰਦੇ ਹੋਵੋ ਉਹ ਲਿਖੋ, ਭਾਵੇਂ ਗਲਤ ਲਿਖੋ। ਪਰ ਆਉਣ ਵਾਲੀ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਇਕੱਲੇ ਰੂਲ ਬਾਰੇ ਦੱਸਣਾ ਹੈ, ਤੇ ਉਹਨਾਂ ਰੂਲਸ ਨੂੰ ਤੁਸੀਂ ਫੋਲੋ ਕਰਨਾ ਹੈ ਤੇ ਪ੍ਰੈਕਟਿਸ ਦੇ ਵਿੱਚ ਲੈ ਕੇ ਆਉਣਾ ਹੈ। ਤੇ ਆਪਣੀ ਗੱਲ ਚੱਲ ਰਹੀ ਹੈ ਕਿ ਇੰਗਲਿਸ਼ ਲੈਂਗੁਏਜ ਸਾਡੇ ਲਈ ਔਖੀ ਕਿਉਂ ਹੈ, ਇਹੀ ਕਾਰਨ। ਤੇ ਲਾਸਟ ਜਿਹੜਾ ਕਾਰਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉਹ ਹੈਗਾ ਕਿ ਵੀ ਆਰ ਆਲਵੇਜ਼ ਇਨ ਡਾਊਟ। ਜਦੋਂ ਵੀ ਕਦੇ ਅਸੀਂ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਸਾਡੀ ਇੰਨੀ ਪ੍ਰੈਕਟਿਸ ਤਾਂ ਹੁੰਦੀ ਨਹੀਂ ਹੈਗੀ। ਜੇ ਪ੍ਰੈਕਟਿਸ ਰਹੂਗੀ ਤਾਂ ਸਾਡੇ ਅੰਦਰੋਂ ਡਾਊਟ ਖਤਮ ਹੋ ਜਾਊਗਾ, ਅਸੀਂ ਕੌਨਫੀਡੈਂਟ ਹੋ ਕੇ ਗੱਲ ਕਰਾਂਗੇ। ਰਾਈਟ ਨਾਓ ਆਈ ਐਮ ਟਾਕਿੰਗ in Punjabi language and English language as well, but I am quite confident. Why? Because I have learned this language and I am practicing. Even when I teach the students, at the same time I learn this language as much as possible. ਤਾਂ ਹਮੇਸ਼ਾ ਆਪਣੀ ਸਿੱਖਣ ਦੀ ਤਾਂਘ ਦੇ ਵਿੱਚ ਤੁਸੀਂ ਰਹੋ ਤੇ ਰੋਜ਼ ਇੰਗਲਿਸ਼ ਨੂੰ ਲਿਖੋ ਵੀ ਤੇ ਬੋਲੋ ਵੀ। ਇਹ ਦੋ ਚੀਜ਼ਾਂ ਦੇ ਨਾਲ ਤੁਹਾਡੀ ਇੰਗਲਿਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋਊਗਾ। ਬਾਕੀ ਰਹਿੰਦੀਆਂ ਚੀਜ਼ਾਂ, ਜਿਹੜੇ ਦੋ ਹੋਰ ਕੰਪੋਨੈਂਟਸ ਰਹਿ ਜਾਂਦੇ ਨੇ, ਰੀਡਿੰਗ ਪੜ੍ਹਨਾ ਤੇ ਲਿਸਨਿੰਗ, ਇਹ ਵੀ ਇੰਪੋਰਟੈਂਟ ਚੀਜ਼ਾਂ ਨੇ। ਸਾਨੂੰ ਇੰਗਲਿਸ਼ ਲੈਂਗੁਏਜ ਨੂੰ ਵੱਧ ਤੋਂ ਵੱਧ ਸੁਣਨਾ ਪਊਗਾ, ਪਰ ਸ਼ੁਰੂਆਤ ਜਿਹੜੀ ਗੱਲ ਹੈਗੀ ਹੈ ਉਹ ਸਾਨੂੰ ਸ਼ੁਰੂਆਤ ਕਰਨੀ ਪਊਗੀ ਰੂਲਸ ਦੇ ਨਾਲ। ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਸੀਂ ਰੂਲਸ ਪਾਓਗੇ, ਉਹਨਾਂ ਰੂਲਸ ਨੂੰ ਫੋਲੋ ਕਰਕੇ, ਹਰੇਕ ਚੀਜ਼ ਦੇ ਰੂਲਸ ਨੂੰ ਫੋਲੋ ਕਰਕੇ ਤੁਸੀਂ, ਜਿਵੇਂ ਮੈਂ ਤੁਹਾਨੂੰ ਦੱਸਾਂਗਾ ਉਸ ਢੰਗ ਨਾਲ ਤੁਸੀਂ ਆਪਣੇ ਅਭਿਆਸ ਦੇ ਵਿੱਚ ਚੀਜ਼ਾਂ ਨੂੰ ਲੈ ਕੇ ਆਉਣਾ ਹੈ। ਉਹਦੇ ਨਾਲ ਤੁਹਾਡੀ ਥੋੜ੍ਹੇ ਸਮੇਂ ਦੇ ਵਿੱਚ ਤੁਸੀਂ ਕਾਫੀ ਕੁਛ ਸਹੀ ਢੰਗ ਨਾਲ ਇੰਗਲਿਸ਼ ਨੂੰ ਲਿਖਣਾ ਵੀ ਤੇ ਬੋਲਣਾ ਵੀ ਸਿੱਖ ਪਾਓਗੇ। ਪਰ ਬਸ਼ਰਤੇ ਪ੍ਰੋਵਾਈਡਡ ਡੈਟ ਕਿ ਤੁਸੀਂ ਮੇਰੀ ਵੀਡੀਓਜ਼ ਨੂੰ ਅੱਛੇ ਢੰਗ ਨਾਲ ਸੁਣੋਗੇ ਤੇ ਸੁਣ ਕੇ ਆਪਣੀ ਕਾਪੀ ਦੇ ਉੱਤੇ, ਨੋਟਬੁੱਕ ਦੇ ਉੱਤੇ ਉਤਾਰੋਗੇ ਵੀ, ਜਿਹਦੇ ਨਾਲ ਤੁਹਾਡੀ ਪੂਰੀ ਹੈਲਪ ਹੋਊਗੀ। ਤੇ ਇਸੇ ਚੀਜ਼ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ। ਥੈਂਕ ਯੂ ਸੋ ਮਚ।